ਹੈਲੋ ਫਰੈਂਡਸ, ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 21 ਸਤੰਬਰ ਹੈ ਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰ ਸੈਸ਼ਨ ਦੇ ਨਾਲ। ਕਰੰਟ ਅਫੇਅਰ ਸੈਸ਼ਨ ਜੋ ਕਿ ਇੰਪੋਰਟੈਂਟ ਹੋਏਗਾ ਡਿਫਰੈਂਟ ਐਗਜ਼ਾਮਸ, ਪੰਜਾਬ ਪਟਵਾਰੀ, PPSC, SSC, CGL, CHSL, PCS ਔਰ ਬੈਂਕਿੰਗ ਐਗਜ਼ਾਮਸ ਦੇ ਲਈ। ਆਪਾਂ ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੇ ਫਰੈਂਡਸ ਦੇ ਨਾਲ, WhatsApp, Telegram, Facebook, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਪੰਜਾਬ ਪੁਲਿਸ SI, JEE ਪੰਜਾਬ ਔਰ ਪਟਵਾਰੀ ਦੇ ਲਈ ਬੈਚਿਸ ਸ਼ੁਰੂ ਕੀਤੇ ਜਾ ਚੁੱਕੇ ਨੇ। ਅਗਰ ਤੁਸੀਂ ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ। ਐਨਰੋਲ ਕਰਵਾਉਣ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੈ। ਹੋਰ ਵੀ ਕਿਸੇ ਤਰੀਕੇ ਦਾ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਪਾਂ ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ 18 ਸਤੰਬਰ ਨੂੰ ਇੰਟਰਨੈਸ਼ਨਲ ਇਕੁਅਲ ਪੇ ਡੇ ਦਾ ਫਸਟ ਐਡੀਸ਼ਨ ਓਬਜ਼ਰਵ ਕੀਤਾ ਗਿਆ। ਇੰਟਰਨੈਸ਼ਨਲ ਇਕੁਅਲ ਪੇ ਡੇ ਦਾ ਫਸਟ ਐਡੀਸ਼ਨ 18 ਸਤੰਬਰ ਨੂੰ। ਇਸ਼ਤਿਆਕ ਅਹਿਮਦ has written the book Jinnah, his successors, failures and role in history on the life of Pakistan founder Muhammad Ali Jinnah। ਮੁਹੰਮਦ ਅਲੀ ਜਿੰਨਾ ਦੀ ਲਾਈਫ ਸਟੋਰੀ ਦੇ ਉੱਤੇ ਇੱਕ ਬੁੱਕ ਲਿਖੀ ਗਈ। ਇਸ ਨੂੰ ਕਿਸ ਦੁਆਰਾ ਲਿਖਿਆ ਗਿਆ? ਇਸ਼ਤਿਆਕ ਅਹਿਮਦ ਦੁਆਰਾ। ਟਾਟਾ ਕੰਪਨੀ ਹੈਜ਼ ਵੋਨ ਦਾ ਬਿਡ ਆਫ ਕੰਸਟਰਕਸ਼ਨ ਆਫ ਇੰਡੀਆਜ਼ ਨਿਊ ਪਾਰਲੀਮੈਂਟਰੀ ਬਿਲਡਿੰਗ। ਇੰਡੀਆ ਦੀ ਜਿਹੜੀ ਨਵੀਂ ਪਾਰਲੀਮੈਂਟਰੀ ਬਿਲਡਿੰਗ ਬਣਾਈ ਜਾ ਰਹੀ ਹੈ, ਉਸ ਦੀ ਕੰਸਟਰਕਸ਼ਨ ਦੀ ਜ਼ਿੰਮੇਵਾਰੀ ਕਿਸ ਕੰਪਨੀ ਨੂੰ ਦਿੱਤੀ ਗਈ ਹੈ? ਟਾਟਾ ਕੰਪਨੀ ਨੂੰ ਦਿੱਤੀ ਗਈ ਹੈ। ਇਹ ਕਦੋਂ ਤੱਕ ਕੰਪਲੀਟ ਕੀਤੀ ਜਾਏਗੀ? 75th ਇੰਡੀਪੈਂਡੈਂਸ ਡੇ ਤੱਕ ਕੰਪਲੀਟ ਕਰ ਦਿੱਤੀ ਜਾਏਗੀ, ਯਾਨੀ ਕਿ 2022 ਤੱਕ, ਜਿਸ ਦੀ ਟੋਟਲ ਲਾਗਤ ਹੋਵੇਗੀ 861.9 ਕਰੋੜ ਰੁਪਏ। ਅਗਰ ਓਰੀਜਨਲ ਬਿਲਡਿੰਗ ਦੀ ਗੱਲ ਕਰੀਏ, ਇਹ 8 ਜਨਵਰੀ 1927 ਦੇ ਵਿੱਚ ਬਣਾਈ ਗਈ ਸੀ, ਇਨੋਗਰੇਟ ਕੀਤੀ ਗਈ ਸੀ ਬਾਏ ਵਾਇਸਰੋਏ ਆਫ ਇੰਡੀਆ ਲਾਰਡ ਇਰਵਿਨ। ਉਸ ਟਾਈਮ ਇੰਡੀਆ ਦੇ ਵਾਇਸਰੋਏ ਲਾਰਡ ਇਰਵਿਨ ਹੁੰਦੇ ਸੀ ਅਤੇ ਉਹਨਾਂ ਦੁਆਰਾ ਇਸ ਨੂੰ ਇਨੋਗਰੇਟ ਕੀਤਾ ਗਿਆ ਸੀ। ਨੈਕਸਟ ਹੈ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਮਿਨਿਸਟਰ। ਇੰਡੀਆ ਦੇ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਨੇ, ਇਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਫੂਡ ਪ੍ਰੋਸੈਸਿੰਗ ਮਿਨਿਸਟਰੀ ਦਾ, ਐਜ਼ ਹਰਸਿਮਰਤ ਕੌਰ ਬਾਦਲ ਦੁਆਰਾ ਰੈਜ਼ੀਗਨੇਸ਼ਨ ਦਿੱਤਾ ਗਿਆ। ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਲਵੇ ਫੂਡ ਪ੍ਰੋਸੈਸਿੰਗ ਮਿਨਿਸਟਰੀ ਸੀ, ਇਹਨਾਂ ਨੇ ਰਿਜ਼ਾਈਨ ਕੀਤਾ ਅਤੇ ਇਹਨਾਂ ਦੀ ਜਗ੍ਹਾ 'ਤੇ ਨਰਿੰਦਰ ਸਿੰਘ ਤੋਮਰ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਇਸ ਮਿਨਿਸਟਰੀ ਦਾ। ਨੈਕਸਟ ਹੈ 10th ਮੀਟਿੰਗ ਆਫ ਬ੍ਰਿਕਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ 10ਵੀਂ ਮੀਟਿੰਗ ਨੂੰ ਰਸ਼ੀਆ ਦੁਆਰਾ ਹੈਲਡ ਕੀਤਾ ਗਿਆ। ਰਸ਼ੀਆ ਦੁਆਰਾ ਬ੍ਰਿਕਸ ਦੀ NSA ਦੀ ਮੀਟਿੰਗਸ ਨੂੰ ਹੈਲਡ ਕੀਤਾ ਗਿਆ। ਨੈਕਸਟ ਹੈ ਵਿਕਾਸ ਖੰਨਾ ਹੈਜ਼ ਬੀਨ ਓਨਰਡ ਵਿਦ 2020 ਏਸ਼ੀਅਨ ਗੇਮ ਚੇਂਜਰ ਅਵਾਰਡ। ਵਿਕਾਸ ਖੰਨਾ ਨੂੰ 2020 ਦਾ ਏਸ਼ੀਅਨ ਗੇਮ ਚੇਂਜਰ ਅਵਾਰਡ ਦਿੱਤਾ ਗਿਆ। ਮੀਰਾ ਨਾਇਰ ਰਿਸੀਵਡ ਜੈਫ ਸਕੋਲ ਅਵਾਰਡ ਫॉर ਇੰਪੈਕਟ ਮੀਡੀਆ ਐਟ TIFF ਟ੍ਰਿਬਿਊਟ ਐਕਟਰ ਅਵਾਰਡ ਸੈਰੇਮਨੀ। ਟੋਰੰਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਅਵਾਰਡ ਸੈਰੇਮਨੀ ਦੇ ਵਿੱਚ ਇੰਪੈਕਟ ਮੀਡੀਆ ਦੇ ਲਈ ਜੈਫ ਸਕੂਲ ਅਵਾਰਡ ਕਿਸ ਨੂੰ ਦਿੱਤਾ ਗਿਆ? ਮੀਰਾ ਨਾਇਰ ਨੂੰ। RBI ਦੇ ਫੋਰਮਰ ਗਵਰਨਰ ਅਮਿਤਾਭ ਘੋਸ਼ ਜੋ ਕਿ RBI ਦੇ ਫੋਰਮਰ ਗਵਰਨਰ ਨੇ, ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ। ਇਹਨਾਂ ਦਾ ਨਾਮ ਇੰਪੋਰਟੈਂਟ ਬਣਦਾ ਕਿਉਂਕਿ ਹੀ ਹੈਜ਼ ਦਾ ਸ਼ੋਰਟੈਸਟ ਟੈਨੂਅਰ ਐਜ਼ RBI ਗਵਰਨਰ ਆਫ 21 ਡੇਜ਼। ਸਿਰਫ 21 ਦਿਨਾਂ ਦੇ ਲਈ ਇਹ RBI ਦੇ ਗਵਰਨਰ ਬਣੇ ਸੀ, ਇਸ ਕਰਕੇ ਇਹਨਾਂ ਦਾ ਨਾਮ ਇੰਪੋਰਟੈਂਟ ਬਣਦਾ ਹੈ। ਨੈਕਸਟ ਹੈ ਸਿੰਗਾਪੁਰ ਟੌਪਡ ਗਲੋਬਲ ਸਮਾਰਟ ਸਿਟੀ ਇੰਡੈਕਸ 2020। ਗਲੋਬਲ ਸਮਾਰਟ ਸਿਟੀ ਇੰਡੈਕਸ 2020 ਕਿਸਨੇ ਜਿੱਤਿਆ? ਸਿੰਗਾਪੁਰ ਨੇ। ਰਿਲੀਜ਼ਡ ਬਾਏ ਇੰਸਟੀਚਿਊਟ ਆਫ ਮੈਨੇਜਮੈਂਟ ਡਿਵੈਲਪਮੈਂਟ ਐਂਡ ਸਿੰਗਾਪੁਰ ਯੂਨੀਵਰਸਿਟੀ ਫॉर ਟੈਕਨੋਲੋਜੀ ਐਂਡ ਡਿਜ਼ਾਈਨ। ਸੈਕਿੰਡ ਪਲੇਸ 'ਤੇ ਫੋਲੋਡ ਬਾਏ ਹੈਲਸਿੰਕੀ ਫਿਨਲੈਂਡ ਦੇ ਵਿੱਚ ਹੈ। ਸੈਕਿੰਡ ਪਲੇਸ 'ਤੇ ਜ਼ੁਰੀਚ ਸਵਿਟਜ਼ਰਲੈਂਡ ਦੇ ਵਿੱਚ ਹੈ। ਇਹ ਥਰਡ ਪਲੇਸ 'ਤੇ ਰਹੀ ਹੈ। ਅਗਰ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵੱਲੋਂ ਟੌਪ ਕੀਤਾ ਗਿਆ ਹੈਦਰਾਬਾਦ ਦੁਆਰਾ, ਅਤੇ ਹੈਦਰਾਬਾਦ 85th ਨੰਬਰ 'ਤੇ ਰਹੀ ਹੈ ਗਲੋਬਲ ਲਿਸਟ ਦੇ ਵਿੱਚ। 86th ਨੰਬਰ 'ਤੇ ਦਿੱਲੀ ਰਹੀ ਹੈ। ਮੁੰਬਈ ਰਹੀ ਹੈ 93rd ਨੰਬਰ 'ਤੇ। ਇਸੇ ਤਰੀਕੇ ਨਾਲ ਬੈਂਗਲੋਰ ਰਿਹਾ 95th ਨੰਬਰ 'ਤੇ। ਨੈਕਸਟ ਹੈ ICICI ਹੋਮ ਫਾਈਨੈਂਸ हैज़ लॉन्च अ होम लोन स्कीम अपना घर ड्रीम्स। अपना घर ड्रीम्स नाम की एक होम लोन स्कीम
किन्ना द्वारा लॉन्च की गई? ICICI होम फाइनेंस द्वारा। नेक्स्ट है द रैंक ऑफ इंडिया इन वर्ल्ड बैंक्स एनुअल ह्यूमन कैपिटल इंडेक्स इज़ 116। ह्यूमन कैपिटल इंडेक्स जो कि वर्ल्ड बैंक द्वारा रिलीज़ किया जाता है उस इंडिया की रैंकिंग रही है 116। अगर गल करिए लास्ट ईयर 115 रही सी आउट ऑफ 174 कंट्रीज। इट इज़ टॉप बाय सिंगापुर फॉलोड बाय हांगकॉन्ग एंड जापान। टॉप किया गया सिंगापुर दोबारा, सैकेंड नंबर पर हांगकॉन्ग रहा और थर्ड नंबर पर जापान रहे। नेक्स्ट है फ्लूमिंसीनो इंटरनेशनल एयरपोर्ट। फ्लूमिंसीनो इंटरनेशनल एयरपोर्ट जो कि इटली दे विच है, यह बनया फर्स्ट एयरपोर्ट टू सर्टिफाइड विद COVID-19 5-स्टार एयरपोर्ट रेटिंग फ्रॉम स्काईट्रैक्स। स्काईट्रैक्स द्वारा COVID-19 5-स्टार एयरपोर्ट रेटिंग दी गई है इटली के फ्लूमिंसीनो एयरपोर्ट को। नेक्स्ट है इंडिया ब्राज़ील साउथ अफ्रीका IBSA एक ग्रुप है, इसकी फॉरन मिनिस्टर्स मीटिंग हैल्ड की गई वीडियो कॉन्फ्रेंसिंग के राही। इंडिया वालों इंडिया के फॉरन मिनिस्टर या कह सकते हैं एक्सटर्नल अफेयर्स मिनिस्टर S जयशंकर द्वारा पार्टिसिपेट किया गया। इट इज़ मेड इन 2003। इस ग्रुप को 2003 के विच बनाया गया सी। 2006 के विच इसकी पहली मीटिंग हैल्ड की गई सी ब्राज़ील की कैपिटल ब्राज़ीलिया के विच। ब्राज़ील की कैपिटल ब्राज़ीलिया के विच इसकी मीटिंग हैल्ड की गई सी। नेक्स्ट है बांग्लादेश ग्रांट्स स्पैशल परमिशन फॉर एक्सपोर्ट ऑफ हिल्सा फिश। हिल्सा फिश की गल करिए, हिल्सा फिश के एक्सपोर्ट के लिए बांग्लादेश द्वारा परमिशन दी गई है इंडिया को कि बांग्लादेश इंडिया को हिल्सा फिश पहले बैन करती सी कि सप्लाई नहीं करेगा, तो हुण अनाउंस किया गया कि असीं सप्लाई करने लई तैयार हाँ। अगर इंडिया की गल करिए तो वैस्ट बंगाल और आंध्र प्रदेश के विच हिल्सा फिश पाई जाती है। नेक्स्ट है हिमाचल प्रदेश CM जयराम ठाकुर। हिमाचल प्रदेश के चीफ मिनिस्टर जयराम ठाकुर इनोग्रेटेड स्वच्छता कैफे एट नालागढ़ ऑफ सोलन डिस्ट्रिक्ट। नालागढ़ ऑफ सोलन डिस्ट्रिक्ट के नालागढ़ के विच स्वच्छता कैफे इनोग्रेट किया गया। इस दे नाल ही अनाउंस स्वच्छता पार्क एट कुफरी शिमला के कुफरी के विच स्वच्छता पार्क भी अनाउंस किया गया कि बनाया जाएगा। नेक्स्ट है उत्तराखंड चीफ मिनिस्टर त्रिवेंद्र सिंह रावत। उत्तराखंड के चीफ मिनिस्टर ने त्रिवेंद्र सिंह रावत इन्हों द्वारा डिक्शनरी एप्लीकेशन लॉन्च की गई है फॉर 3 रीजनल लैंग्वेजेस घरवाली कुमाऊनी एंड जौनसरी। घरवाली कुमाऊनी एंड जौनसरी इन्होंने 3 लैंग्वेजेस के लिए एप्लीकेशन लॉन्च की गई है डिक्शनरी एप्लीकेशन इन्हों द्वारा उत्तराखंड द्वारा। करनाटका चीफ मिनिस्टर YS येदुरप्पा। करनाटका के चीफ मिनिस्टर YS येदुरप्पा द्वारा आर्थिक स्पंदन लोन डिस्बर्सल स्कीम को लॉन्च किया गया। आर्थिक स्पंदन लोन डिस्बर्सल स्कीम किन्ना द्वारा लॉन्च किया गया? करनाटका के चीफ मिनिस्टर द्वारा। महाराष्ट्र गवर्नमेंट लॉन्च अ रोड एक्सीडेंट इंश्योरेंस स्कीम नेम्ड आफ्टर लेट शिवसेना चीफ बाला साहेब ठाकरे। बाला साहब ठाकरे के नाम के उत्ते एक लोन स्कीम एक्सीडेंट लोन इंश्योरेंस स्कीम शुरू की गई है किन्ना द्वारा? महाराष्ट्र द्वारा। उड़ीसा चीफ मिनिस्टर नवीन पटनायक। उड़ीसा के चीफ मिनिस्टर नवीन पटनायक अनाउंसड टू लॉन्च मास्टर रोल्स। इन्हों द्वारा मास्टर रोल्स अनाउंस किया गया कि 2 अक्तूबर गांधी जयंती तो शुरू करनगे, जिस दे विच जिहड़े वेजिज वर्कर ने उन्होंने पर्टिकुलर वेजिज उन्होंने प्रोवाइड किए जाएंगे टाइम टू टाइम, जिन्हें भी पेंडिंग ने वह भी उन्होंने प्रोवाइड किए जाएंगे। नैक्सट है स्टैटिक पोर्शन के आप अंडमान एंड निकोबार आइलैंड UT डिस्कस कर रहे हैं। इसनों बनाया गया सी 1 नवंबर 1956 में। कैपिटल एंड लार्जेस्ट सिटी है पोर्ट ब्लेयर। डिस्ट्रिक्ट इस 3 ने निकोबार आइलैंड, नॉर्थ एंड मिडल अंडेमान और साउथ अंडेमान। इत्थे लैफ्टिनेंट गवर्नर ने DK जोशी। एक लोक सभा सीट है तो राज्य सभा सीट 0 है। ऑफिशियल लैंग्वेज हिंदी, इंग्लिश और बंगाली। हिंदी, इंग्लिश और बंगाली बोली जाती है इत्थे दे लोगों के द्वारा। इस तो इलावा नैशनल पार्क्स की गल करिए, काफ़ी इंपोर्टेंट नैशनल पार्क्स ने इत्थे कैंपबेल बे नैशनल पार्क, गैलीथिया बे नैशनल पार्क, महात्मा गांधी मेराइन नैशनल पार्क, मिडल बटन आइलैंड नैशनल पार्क, माउंट हैरिलेट नैशनल पार्क, नॉर्थ बटन आइलैंड नैशनल पार्क, रानी झांसी मेराइन नैशनल पार्क, सैडल पीक नैशनल पार्क,
और साउथ बटन आइलैंड नेशनल पार्क। काफ़ी इंपॉर्टेंट नेशनल पार्क्स ने, सारे के सारे नेशनल पार्क्स याद रखने हैं, ठीक है जी। नैक्सट चलते हैं अज की फर्स्ट क्वेश्चन के वल। फर्स्ट क्वेश्चन है, ऑन विच डे इंटरनेशनल कोस्टल क्लीनअप डे ऑब्जर्व्ड दिस ईयर। इस साल इंटरनेशनल कोस्टल क्लीनअप डे, इंटरनेशनल कोस्टल क्लीनअप डे किस दिन ऑब्जर्व किया गया। इस साल इस दिन 19 सैप्टेंबर को ऑब्जर्व किया गया। कितनी तरीक को ऑब्जर्व किया गया? 19 सैप्टेंबर को इस दिन को ऑब्जर्व किया गया। बेसिकली ये हर साल 3rd सैटरडे को ऑब्जर्व किया जाता है। 3rd सैटरडे को ऑब्जर्व किया जाता है सितंबर के 3rd सैटरडे को ऑब्जर्व किया जाता है। 19 सैप्टेंबर को इस साल ऑब्जर्व किया गया। इस तो इलावा बाकी दिनों की अगर आप गल करिए वो भी डिस्कस करते हैं। सब तो पहले 18 सैप्टेंबर को एक दिन आप डिस्कस कर लिया सी, तो 2 दिन आप होर डिस्कस करांगे। 18 सैप्टेंबर को एक दिन तो आप डिस्कस किया सी इक्वल पे डे हुणे आप रिवीजन भी करके हटे हैं, पहली बार ऑब्जर्व किया गया। दूसरा दिन 18 सैप्टेंबर को ऑब्जर्व किया गया वर्ल्ड बैम्बू डे इज़ द 11th एडिशन है। हर साल 2009 तो लैके इस दिन को ऑब्जर्व किया जाता है। इस दिन की थीम रही है बैम्बू नाओ इस दिन की थीम रही। सिमिलर तरीके नाल 18 सैप्टेंबर को ही वर्ल्ड वाटर मॉनिटरिंग डे भी ऑब्जर्व किया गया। इस दिन की थीम रही सी सॉल्व वाटर। इस दिन की थीम की रही सी सॉल्व वाटर, ठीक है जी, ये याद रखें। नेक्स्ट है, यूनियन एनवायरनमेंट मिनिस्ट्री हैज़ अनाउंस्ड द डिसीजन टू रिकमेंड हाउ मैनी इंडियन बीचीज़ फॉर ब्लू फ्लैग इंटरनेशनल ईकोलैंड। जिहड़ा आपां डे डिस्कस किया है इंटरनेशनल कोस्टल क्लीनअप डे, इंटरनेशनल कोस्टल क्लीनअप डे 19 सैप्टेंबर को ऑब्जर्व किया गया। उसे दे लई इंडिया ने की करा, इंडिया की जिहड़ी इन्वायरनमेंट मिनिस्ट्री है किन्ना लवे है, प्रकाश जावेदकर लवे है। प्रकाश जावेदकर इन्वायरनमेंट मिनिस्टर के नाल इन्हां लवे इंफॉर्मेशन ब्रॉडकास्टिंग मिनिस्ट्री है, प्लस हैवी इंडस्ट्रीज़ मिनिस्ट्री देख रहे हैं। ये राज्यसभा MP ने महाराष्ट्र तो, ठीक है। तो इन्हों ने की अनाउंस किया किन्ने बीचीज़ ब्लू फ्लैग इंटरनेशनल ईकोलैंड कैटेगरी के लिए किन्ने बीचीज़ अनाउंस किया, 8 बीचीज़। थर्ड ऑप्शन 8 बीचीज़ अनाउंस किए गए। हूँ ये की चीज़ है, इसका मतलब है ब्लू फ्लैग कैटेगरी के अनाउंस करने का मतलब है कि ये क्लीन बीचीज़ ने इंडिया वालों किहड़े इन्हों क्लीन बीचीज़ मन्निया जाता है, ठीक है। इस तो इलावा अगर इंडिया की ऑर्गेनाइजेशन की गल करिए, ब्लू फ्लैग इंटरनेशनल लैवल पर है, इंडिया वालों बीम्स लॉन्च की गई सी। बीम्स है इंडिया वालों, बीम्स की फुल फॉर्म है बीच एनवायरनमेंट एंड एस्थेटिक्स मैनेजमेंट सर्विसेज। बीच एनवायरनमेंट एंड एस्थेटिक मैनेजमेंट सर्विसेज किन्ने आइलैंड अनाउंस किए गए हैं, 8 अनाउंस किए गए हैं। हालांकि डिफरेंट स्टेट्स और यूटीज़ के विच ने, उड़ीसा के विच भी है, अंडेमान निकोबार के विच भी है, पुडुचेरी के विच भी है, पर अपने लिए प्लेसिस इंपोर्टेंट नहीं बननी है, सिर्फ नंबर याद रखना है, 8 बीचीज़। नेक्स्ट है, विच इंडियन स्टेट इज़ मोस्ट हैप्पीएस्ट स्टेट एज पर द रिपोर्ट बाय इंडिया हैप्पीनेस रिपोर्ट 2020। इंडिया हैप्पीनेस रिपोर्ट 2020, ये न्यूज़ थोड़ी पुरानी हो गई है, स्किप हो गई सी। इंडिया हैप्पीनेस रिपोर्ट 2020 दे विच हैप्पीएस्ट स्टेट किहड़ी स्टेट नूं कहा गया, मिजोरम नूं। हर एक नूं पता होएगा, काफ़ी बार कमेंट बॉक्स भी तुसीं दस चुके हो कि जिहड़ा हैप्पीएस्ट इंडिया हैप्पीनेस रिपोर्ट 2020 रिलीज़ की गई, इसनूं मिजोरम द्वारा रिलीज़ किया गया। पर कुछ इंपोर्टेंट फैक्ट्स भी ने इस रिलेटेड, वो भी डिस्कस करते हैं, थोड़ा डिटेल दे विच इस न्यूज़ नूं डिस्कस करांगे। सब तो पहले कि ओवरऑल कैटेगरी दे विच मिजोरम ने टॉप किया, सैकेंड प्लेस ते पंजाब रहा और थर्ड प्लेस ते अंडेमान एंड निकोबार रहा। पहले तो याद रखना है, ठीक है जी। इस तो इलावा बिग स्टेट कैटेगरी अलग रिलीज़ की गई, स्मॉल स्टेट कैटेगरी अलग रिलीज़ की गई और यूटी की कैटेगरी अलग रिलीज़ की गई। बिग स्टेट दे विच पंजाब ने टॉप किया, बिग स्टेट दे विच पंजाब ने टॉप किया, सैकेंड नंबर पर गुजरात रहा और थर्ड नंबर पर तेलंगाना रहा। बेसिकली ये डाटा सीगा जिहड़ा मार्च तो लैके जुलाई तक का, मार्च तो लैके जुलाई 2020 तक का यह डाटा रिलीज़ किया गया सी। इस दे विच कि कोविड-19 के दौरान किस तरीके ना नंबर ऑफ केसिस देखे गए, होर भी काफ़ी फैक्टर सीगे जिहड़े देखे गए इस रिपोर्ट दे विच। सिमिलर तरीके नाल स्मॉलर स्टेट कैटेगरी दे विच मिजोरम ने टॉप किया, सैकेंड नंबर पर सिक्किम रहा और थर्ड नंबर पर अरुणाचल प्रदेश रहा। सैकेंड नंबर पर सिक्किम और थर्ड नंबर पर अरुणाचल प्रदेश।
यूटीज़ की गल करिए अंडेमान एंड निकोबार ने टॉप किया, सैकेंड प्लेस ते पुडुचेरी रहा और थर्ड प्लेस ते लक्षद्वीप, थर्ड नंबर ते लक्षद्वीप रहा। इस तो इलावा एक होर इंपोर्टेंट क्वेश्चन बन सकता इत्थों कि यह रिपोर्ट जारी किस द्वारा की गई है, इस रिपोर्ट को प्रिपेयर किस द्वारा किया गया है। तो एक नाम है प्रोफैसर राजेश के पिलानिया, प्रोफैसर राजेश के पिलानिया इन्हों का नाम याद रखना है। प्रोफैसर राजेश के पिलानिया द्वारा इस रिपोर्ट को रिलीज़ किया गया। नैक्सट है गवर्नमेंट सैटअप अ कमेटी टू प्रिपेयर रोड मैप फॉर रेगुलाइजेशन ऑफ लैंड लीजिंग इन एग्रीकल्चर सैक्टर। एग्रीकल्चर सैक्टर दे विच लैंड लीजिंग नू रेगुलाइज करने के लिए कमेटी बनाई गई। उस कमेटी के हैड कौन अपॉइंट किए गए। बेसिकली लैंड लीजिंग का मतलब की है, आप काफ़ी अगर पंजाब दे विच देखिए तो काफ़ी ज़्यादा लैंड लीजिंग की जाती है, यानी कि जी ज़मीन होंगी है वह किन्ना दी होंदी है, जमींदारां दी होंदी है। तो वह की करते हैं किसानों नू उस जमीन नू ठेके, आप पंजाबी च ठेका कह दें लैंड लीजिंग नू भी ठेके दे जमीन देती। तो उस तो बाद किसान की अपनी वो है कि किस तरीके नाल उसने खेती करनी है, ठीक है। तो इसदे लई एक कमेटी बनाई गई, इसकी रेगुलराइजेशन करने लई कमेटी बनाई गई। कमेटी के हैड अपॉइंट किए गए अजय तिरकी इस कमेटी के हैड अपॉइंट किए गए। इस तो इलावा बाकी ऑप्शनस की अगर आप गल करिए तो असम के विच आपां डिस्कस किया सी कि असम के विच एक बार अग लगी सी। असम के तिनसुकिया डिस्ट्रिक्ट के बंजम ऑयल वैल दे विच अग लगी सी। उसकी इन्वेस्टिगेशन करने के लिए गौरमेंट द्वारा जी कमेटी बनाई गई सी, उसके हैड अपॉइंट किए गए सी SCL दास। उसके हैड कौन अपॉइंट किए गए सी SCL दास। सिमिलर चीज़ के लिए जी कमेटी NGT ने बनाई, NGT की है नैशनल ग्रीन ट्रिब्यूनल ने जी कमेटी बनाई, उसके हैड अपॉइंट किए गए सी जस्टिस BP कताके फॉर्मर हाईकोर्ट जज रह चुके हैं BP कताके, इन्हों अपॉइंट किया गया सी उस कमेटी का हैड, ठीक है जी। अगर आप गल करते हैं राजेश भूषण की, तो राजेश भूषण को ड्रग रेगूलेशन कमेटी का हैड अपॉइंट किया गया सी। ड्रग रेगूलेशन के लिए एक कमेटी बनाई गई सी, कमेटी के हैड अपॉइंट किए गए सी राजेश भूषण। उदय कोटक की अगर आप गल करते हैं तो उदय कोटक बेसिकली इंसॉल्वेंसी बैंकरप्सी बोर्ड ऑफ इंडिया IBBI इंसॉल्वेंसी बैंकरप्सी बोर्ड ऑफ इंडिया, इसके द्वारा एक एडवाइजरी कमेटी बनाई गई सी। इसके हैड अपॉइंट किए गए सी उदय कोटक। बेसिकली उदय कोटक CII दे भी हैड ने, कन्फेडरेशन ऑफ इंडियन इंडस्ट्रीज प्लस उदय कोटक महिंद्रा बैंक के भी हैड ने, उदय कोटक। नैक्सट है विच इंडियन हैज़ बीन नेम्ड बाय यूनाइटेड नेशन। काफ़ी इंपोर्टेंट न्यूज़ सी है कि यूनाइटेड नेशंस द्वारा किहड़े इंडियन नू 2020 के क्लास ऑफ यंग लीडर्स फॉर सस्टेनेबल डेवलपमेंट गोल्स के लिए शामिल किया गया। SDG सस्टेनेबल डेवलपमेंट गोल्स, अगर इन्हां दी गल करिए तो टारगेट रखा गया 2030 का, वर्ल्ड लैवल पर सस्टेनेबल डेवलपमेंट गोल्स नू अचीव करने का टारगेट रखा गया 2030 का। सस्टेनेबल डेवलपमेंट गोल्स विच किन्ने गोल्स आते हैं तो 17 गोल्स आते हैं, ये याद रखना है। तीसरी चीज़ यूनाइटेड नेशन वालों 2020 क्लास ऑफ यंग लीडर्स दे विच किसनू शामिल किया गया, उदित सिंगल नू शामिल किया गया। उदित सिंगल नाम इंपोर्टेंट बनेगा, याद रखना है। बाकी ऑप्शन की अगर आप गल करिए कुछ इंपोर्टेंट नाम ने, फॉर एग्जाम्पल विकास खन्ना, उन्हें आप डिस्कस करके हटे हैं। 2020 का एशियन गेम चेंजर अवार्ड, 2020 का एशियन गेम चेंजर अवार्ड किसने जीत्या, विकास खन्ना ने जीत्या। की ने ये शैफ ने लोगों को खाना खिलाने के लिए कोविड-19 के दौरान इस अवार्ड को इन्हों दिता गया। बाकी ऑप्शनस के विच इंपोर्टेंट नेम ने, सब तो पहले आयुष्मान खुराना नू ब्रांड एंबेसडर अपॉइंट किया गया SUV मॉडल अर्बन क्रूजर। SUV का एक नवा मॉडल आ रहा अर्बन क्रूजर का ब्रांड एंबेसडर टोयोटा मोटर्स कंपनी द्वारा अपॉइंट किया गया। इन्हों ही बजाज अलायंस का भी ब्रांड एंबेसडर अपॉइंट किया गया सी। बजाज अलायंस का ब्रांड एंबेसडर अपॉइंट किया गया सी। इन्हों ही यूनीसेफ का एक कैंपेन सीगा फॉर एवरी चाइल्ड, इसके लिए भी ब्रांड एंबेसडर अपॉइंट किया गया सी। देवी नंदना
ਦੇਵੀ ਨੰਦਨਾ 16 ਸਾਲ ਦੇ ਨੇ। ਇਹਨਾਂ ਦੁਆਰਾ ਰਿਕਾਰਡ ਬਣਾਇਆ ਗਿਆ। ਕੀ ਰਿਕਾਰਡ ਬਣਾਇਆ ਗਿਆ ਕਿ ਆਪਾਂ ਨੇ ਪਲੈਜ ਸੁਣੀ ਹੋਏਗੀ ਜਿਹੜੀ ਆਪਾਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਕਰਾਈ ਜਾਂਦੀ ਸੀ, ਇੰਡੀਆ ਇਜ਼ ਮਾਈ ਕੰਟਰੀ, ਆਲ ਇੰਡੀਅਨਸ ਆਰ ਮਾਈ ਬ੍ਰਦਰਸ ਐਂਡ ਸਿਸਟਰ। ਇਸ ਤਰੀਕੇ ਜਿਹੜੀ ਪਲੈਜ ਹੈ ਉਸ ਨੂੰ ਕੀ ਕੀਤਾ ਇਹਨਾਂ ਨੇ ਲਿਖਿਆ ਹੈ, ਉਸਦੇ 165 ਅਕਸ਼ਰ ਲਿਖੇ ਨੇ ਨੈਸ਼ਨਲ ਪਲੈਜ ਦੇ ਇੰਗਲਿਸ਼ ਦੇ ਵਿੱਚ 1 ਮਿੰਟ ਦੇ ਵਿੱਚ। ਕਿਸ ਤਰੀਕੇ ਨਾਲ ਲਿਖੇ ਨੇ? ਉਲਟੇ ਲਿਖੇ ਨੇ, ਮਿਰਰ ਇਮੇਜਿਸ ਲਿਖੇ ਨੇ। ਇੱਥੇ ਆਈ ਥਿੰਕ ਮੈਂਸ਼ਨ ਕਰਨਾ ਰਹਿ ਗਿਆ, ਇਹਨਾਂ ਨੇ ਮਿਰਰ ਇਮੇਜਿਸ ਦੇ ਵਿੱਚ ਲਿਖਿਆ। ਮਿਰਰ ਇਮੇਜਿਸ ਦੇ ਵਿੱਚ ਯਾਨੀ ਕਿ ਉਲਟੇ ਅਕਸ਼ਰ ਲਿਖੇ ਨੇ ਮਿਰਰ ਇਮੇਜਿਸ ਦੇ ਵਿੱਚ। ਤਾਂ 165 ਲੈਟਰ ਲਿਖੇ ਨੇ ਸਿਰਫ 1 ਮਿੰਟ ਦੇ ਵਿੱਚ। ਅਗਰ ਇਸ ਗੱਲ ਦੀ ਪੁਰਾਣਾ ਰਿਕਾਰਡ ਚੱਕੀਏ ਤਾਂ 140 ਅਕਸ਼ਰਾਂ ਦਾ ਰਿਕਾਰਡ ਸੀਗਾ ਅਤੇ ਇਹਨਾਂ ਨੇ ਕਿੰਨੇ ਲਿਖੇ ਨੇ? 165 ਅਕਸ਼ਰ। ਠੀਕ ਹੈ। ਦੇਵੀ ਨੰਦਨਾ ਸਿਰਫ 16 ਸਾਲ ਦੇ ਨੇ। ਨਾਮ ਇੰਪੋਰਟੈਂਟ ਬਣੇਗਾ। ਨੈਕਸਟ ਹੈ ਮਨੀਸ਼ ਚੌਹਾਨ। ਮਨੀਸ਼ ਚੌਹਾਨ ਨੂੰ ਐਂਬੈਸਡਰ ਅਪੁਆਇੰਟ ਕੀਤਾ ਗਿਆ ਇੰਡੀਆ ਟੂ ਪੁਰਤਗਾਲ। ਪੋਰਤੁਗਲ ਦੇ ਲਈ ਇੰਡੀਆ ਦੇ ਵੱਲੋਂ ਐਂਬੈਸਡਰ ਅਪੁਆਇੰਟ ਕੀਤੇ ਗਏ ਨੇ ਮਨੀਸ਼ ਚੌਹਾਨ। ਅਗਰ ਆਪਾਂ ਗੱਲ ਕਰਦੇ ਹਾਂ ਪੋਰਤੁਗਲ ਦੀ ਤਾਂ ਪੋਰਤੁਗਲ ਕੈਪੀਟਲ ਲਿਸਬਨ ਹੈ, ਕਰੰਸੀ ਯੂਰੋ ਚੱਲਦੀ ਹੈ। ਇਸ ਤੋਂ ਇਲਾਵਾ ਪੋਰਤੁਗਲ ਦੀ ਹੈਲਪ ਦੇ ਨਾਲ ਇੰਡੀਆ ਕੀ ਬਣਾਉਣ ਜਾ ਰਿਹਾ? ਇੰਡੀਆ ਬਣਾ ਰਿਹਾ ਇੱਕ ਮੈਰੀਟਾਈਮ ਮਿਊਜ਼ੀਅਮ। ਕਿੱਥੇ? ਲੋਥਲ। ਲੋਥਲ ਗੁਜਰਾਤ ਦੇ ਵਿੱਚ ਮੈਰੀਟਾਈਮ ਮਿਊਜ਼ੀਅਮ ਕਿਹੜੀ ਕੰਟਰੀ ਦੀ ਹੈਲਪ ਨਾਲ ਬਣਾਇਆ ਜਾ ਰਿਹਾ? ਪੋਰਤੁਗਲ ਦੀ ਹੈਲਪ ਨਾਲ ਬਣਾਇਆ ਜਾ ਰਿਹਾ। ਕ੍ਰਿਸਟੀਆਨੋ ਰੋਨਾਲਡੋ ਕਿੱਥੋਂ ਬਿਲੋਂਗ ਕਰਦੇ ਨੇ? ਪੋਰਤੁਗਲ ਤੋਂ ਬਿਲੋਂਗ ਕਰਦੇ ਨੇ। ਨੈਕਸਟ ਹੈ who has been honored with 2020 Dayton Literacy Peace Prize। Dayton Literacy Peace Prize। Dayton Literacy Peace Prize ਕਿਹਨਾਂ ਦੁਆਰਾ ਜਿੱਤਿਆ ਗਿਆ? Dayton Literacy Peace Prize ਜਿੱਤਿਆ ਗਿਆ ਮਾਰਗਰੇਟ ਐਟਵੁੱਡ ਦੁਆਰਾ। ਮਾਰਗਰੇਟ ਐਟਵੁੱਡ ਨੂੰ 2020 Dayton Literacy Peace Prize ਦਿੱਤਾ ਗਿਆ। ਨਾਮ ਕੀ ਸੁਣਿਆ ਸੁਣਿਆ ਲੱਗ ਰਿਹਾ ਜੀ? ਸੁਣਿਆ ਸੁਣਿਆ ਲੱਗ ਰਿਹਾ। ਕਿਉਂ? ਕਿਉਂਕਿ ਇਹਨਾਂ ਨੇ ਹੀ ਇੱਕ ਅਵਾਰਡ ਹੋਰ ਦਿੱਤਾ ਸੀ। 2019 ਦੀ ਗੱਲ ਕਰੀਏ ਇਹਨਾਂ ਦੁਆਰਾ ਬੁਕਰ ਪ੍ਰਾਈਜ਼ ਦਿੱਤਾ ਗਿਆ ਸੀ। ਇਹਨਾਂ ਦੁਆਰਾ ਬੁਕਰ ਪ੍ਰਾਈਜ਼ ਦਿੱਤਾ ਗਿਆ ਸੀ। 2 ਪਰਸਨਸ ਨੂੰ ਬੁਕਰ ਪ੍ਰਾਈਜ਼ 2019 ਦਿੱਤਾ ਗਿਆ ਸੀ। ਮਾਰਗਰੇਟ ਐਟਵੁੱਡ ਨੂੰ ਦਾ ਟੈਸਟਾਮੈਂਟਸ ਦੇ ਲਈ, ਦਾ ਟੈਸਟਾਮੈਂਟਸ ਬੁੱਕ ਦੇ ਲਈ, ਔਰ ਬਰਨੇਡਾਈਨ ਐਵਰਿਸਟੋ ਇਹਨਾਂ ਨੂੰ ਦਿੱਤਾ ਗਿਆ ਸੀ ਗਰਲ ਵੂਮੈਨ ਐਂਡ ਅਦਰ ਬੁੱਕ ਦੇ ਲਈ ਬਰਨੇਡਾਈਨ ਐਵਰਿਸਟੋ ਨੂੰ ਇਹ ਅਵਾਰਡ ਦਿੱਤਾ ਗਿਆ ਸੀ। ਦੋਨਾਂ ਨੇ ਸ਼ੇਅਰ ਕੀਤਾ ਸੀ ਇਸ ਸਾਲ ਦੇ ਲਈ ਮੈਨ ਬੁਕਰ ਪ੍ਰਾਈਜ਼। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਡੋਨਲਡ ਟਰੰਪ ਦੀ ਤਾਂ ਇਹ USA ਦੇ ਪ੍ਰੈਜ਼ੀਡੈਂਟ ਨੇ ਅਤੇ ਇਹਨਾਂ ਨੂੰ 2021 ਦਾ ਪੀਸ ਪ੍ਰਾਈਜ਼, ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਗਿਆ। ਹਿਲੇਲ ਫ੍ਰਿਸਟਨਬਰਗ ਔਰ ਜॉर्जरी मार्गुलिस। ਹਿਲੇਲ ਫ੍ਰਿਸਟਨਬਰਗ ਔਰ जॉर्जरी मार्गुलिस ਇਹ 2 ਐਸੇ ਨਾਮ ਨੇ ਜਿਨ੍ਹਾਂ ਨੂੰ ਇੱਕ ਇੰਪੋਰਟੈਂਟ ਅਵਾਰਡ ਦਿੱਤਾ ਗਿਆ ਸੀ। ਕਿਹੜਾ ਅਵਾਰਡ ਦਿੱਤਾ ਗਿਆ ਸੀ? ਏਬਲ ਪ੍ਰਾਈਜ਼। ਏਬਲ ਪ੍ਰਾਈਜ਼ ਕੀ ਹੈ? ਏਬਲ ਪ੍ਰਾਈਜ਼ ਇੱਕ ਐਸਾ ਪ੍ਰਾਈਜ਼ ਹੈ ਜੋ ਮੈਥਮੈਟਿਕਸ ਦਾ ਸਭ ਤੋਂ ਵੱਡਾ ਅਵਾਰਡ ਹੈ। ਮੈਥਮੈਟਿਕਸ ਦਾ ਇੱਕ ਕਾਫੀ ਵੱਡਾ ਅਵਾਰਡ ਹੈ ਏਬਲ ਪ੍ਰਾਈਜ਼। ਇਹ ਜਿੱਤਿਆ ਸੀ ਹਿਲੇਲ ਫ੍ਰਿਸਟਨਬਰਗ ਔਰ जॉर्जरी मार्गुलिस ਦੁਆਰਾ। ਨੈਕਸਟ ਹੈ which of the following bank has launched a lead management system named iLead 2.0। iLead 2.0 ਇੱਕ ਲੀਡ ਮੈਨੇਜਮੈਂਟ ਸਿਸਟਮ ਕਿਹੜੇ ਬੈਂਕ ਦੁਆਰਾ ਸ਼ੁਰੂ ਕੀਤਾ ਗਿਆ? ਇਸ ਨੂੰ ਕਿਹੜੇ ਬੈਂਕ ਦੁਆਰਾ ਲਾਂਚ ਕੀਤਾ ਗਿਆ? ਇਸ ਨੂੰ ਲਾਂਚ ਕੀਤਾ ਗਿਆ ਕੈਨਰਾ ਬੈਂਕ ਦੁਆਰਾ। ਕਿਹੜੇ ਬੈਂਕ ਦੁਆਰਾ? ਕੈਨਰਾ ਬੈਂਕ ਦੁਆਰਾ ਲਾਂਚ ਕੀਤਾ ਗਿਆ। ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਕੈਨਰਾ ਬੈਂਕ ਦਾ ਹੈੱਡਕੁਆਟਰ ਇੰਪੋਰਟੈਂਟ ਬਣੇਗਾ ਬੈਂਗਲੁਰੂ ਦੇ ਵਿੱਚ ਹੈ ਅਤੇ 1906 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਸਿਮਿਲਰ ਤਰੀਕੇ ਨਾਲ ਕਰਨਾਟਕਾ ਵਿਲਾਸ ਗ੍ਰਾਮੀਣ ਬੈਂਕ ਹੈ ਜਿਹੜਾ ਇਹਨਾਂ ਦੁਆਰਾ ਇੱਕ ਸਪੈਸ਼ਲ ਗਿਫਟ ਲੋਨ ਸਕੀਮ ਸ਼ੁਰੂ ਕੀਤੀ ਗਈ ਵਿਕਾਸ ਲਘੂ ਸੁਵਰਨ ਸਕੀਮ ਨੂੰ ਲਾਂਚ ਕੀਤਾ ਗਿਆ ਕਰਨਾਟਕਾ ਵਿਲਾਸ ਗ੍ਰਾਮੀਣ ਬੈਂਕ ਦੁਆਰਾ। ਇਸ ਦਾ ਹੈੱਡਕੁਆਟਰ ਧਰਵਡ ਕਰਨਾਟਕਾ ਦੇ ਵਿੱਚ ਹੈ। ਕਰਨਾਟਕਾ ਵਿਲਾਸ ਗ੍ਰਾਮੀਣ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ? ਧਰਵਡ ਕਰਨਾਟਕਾ ਦੇ ਵਿੱਚ। ਔਰ 2005 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਧਰਵਡ ਕਰਨਾਟਕਾ ਦੇ ਇੱਕ ਲੋਕ ਸਭਾ MP ਨੇ, ਉਹਨਾਂ ਦਾ ਨਾਮ ਕੀ ਹੈ ਅਤੇ ਉਹਨਾਂ ਲਵੇ ਕਿਹੜੀ ਮਿਨਿਸਟਰੀ ਹੈ? ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ। ਨੈਕਸਟ ਹੈ ਕਾਫੀ ਇੰਪੋਰਟੈਂਟ ਨਿਊਜ਼ ਹੈ ਵੀ ਕਿ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ IFC ਇਹ ਵਰਲਡ ਬੈਂਕ ਦਾ ਇੱਕ ਪਾਰਟ ਹੈ। ਵਰਲਡ ਬੈਂਕ ਦਾ ਪਾਰਟ ਹੈ। ਇਹਨਾਂ ਦੁਆਰਾ $2 ਟ੍ਰਿਲੀਅਨ ਅਨਾਊਂਸ ਕੀਤੇ ਗਏ ਨੇ ਕਿ ਇੰਡੀਆ ਨੂੰ $2 ਟ੍ਰਿਲੀਅਨ ਪ੍ਰੋਵਾਈਡ ਕਰਨਗੇ। $2 ਟ੍ਰਿਲੀਅਨ ਕਾਫੀ ਵੱਡੀ ਅਮਾਊਂਟ ਹੈ। ਪ੍ਰੋਵਾਈਡਡ ਟੂ ਇੰਡੀਆ ਟੂ ਡਿਵੈਲਪ ਗ੍ਰੀਨ ਬਿਲਡਿੰਗਸ ਬਣਾਉਣ ਦੇ ਲਈ, ਇੰਪਰੂਵ ਪਬਲਿਕ ਟਰਾਂਸਪੋਰਟ ਨੂੰ ਇੰਪਰੂਵ ਕਰਨ ਦੇ ਲਈ ਅਤੇ ਐਕਸਪੈਂਡ ਰੀਨਿਊਏਬਲ ਸੋਰਸਿਸ ਆਫ ਐਨਰਜੀ। ਰੀਨਿਊਏਬਲ ਸੋਰਸਿਸ ਨੇ ਜਿਹੜੇ ਐਨਰਜੀ ਦੇ ਉਹਨਾਂ ਨੂੰ ਐਕਸਪੈਂਡ ਕਰਨ ਦੇ ਲਈ।
ਇਸ ਨੂੰ ਕਿੱਥੇ ਅਨਾਊਂਸ ਕੀਤਾ ਗਿਆ? ਈ ਡਾਇਲੋਗ, ਇੱਕ ਮੀਟਿੰਗ ਚੱਲ ਰਹੀ ਸੀ ਈਜ਼ ਆਫ ਲਿਵਿੰਗ ਐਂਡ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੀ, ਈਜ਼ ਆਫ ਡੂਇੰਗ ਐਂਡ ਸਸਟੇਨੇਬਲ ਡਿਵੈਲਪਮੈਂਟ ਗੋਲਸ 2020-21। ਇਸ ਮੀਟਿੰਗ ਨੂੰ ਹੈਲਡ ਕੀਤਾ ਜਾ ਰਿਹਾ ਸੀ। ਕਿੱਥੇ ਹੈਲਡ ਕੀਤਾ ਜਾ ਰਿਹਾ ਸੀ? ਇਹ ਕੀਤੀ ਜਾ ਰਹੀ ਸੀ ਮੀਟਿੰਗ ਮੁੰਬਈ ਦੇ ਵਿੱਚ। ਇਹ ਮੀਟਿੰਗ ਕਿੱਥੇ ਹੈਲਡ ਕੀਤੀ ਜਾ ਰਹੀ ਸੀ? ਮੁੰਬਈ, ਮਹਾਰਾਸ਼ਟਰ ਦੇ ਵਿੱਚ ਹੈਲਡ ਕੀਤੀ ਜਾ ਰਹੀ ਸੀ। ਮੁੰਬਈ ਦੁਆਰਾ ਕਾਲਾ ਘੋੜਾ ਇੰਟਰਨੈਸ਼ਨਲ ਫੈਸਟੀਵਲ ਔਰਗੇਨਾਈਜ਼ ਕੀਤਾ ਗਿਆ ਸੀ। ਬਾਕੀ ਅਗਰ ਆਪਾਂ ਗੱਲ ਕਰੀਏ ਕੁਛ ਨਿਊਜ਼ ਨੇ ਉਹ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਮੁੰਬਈ ਦੁਆਰਾ ਹੀ ਮੁੰਬਈ ਦੇ ਵਿੱਚ ਜਿਹੜਾ ਵਿਰਾਟ ਹੈ, ਵਿਰਾਟ ਇੱਕ 에ਅਰਕ੍ਰਾਫਟ ਕੈਰੀਅਰ ਹੈ, ਕਾਫੀ ਇੰਪੋਰਟੈਂਟ ਨਾਮ ਹੈ ਵਿਰਾਟ। 에ਅਰਕ੍ਰਾਫਟ ਕੈਰੀਅਰ ਹੈ ਜਿਹੜਾ, ਇਸਨੇ 30 ਸਾਲ ਇੰਡੀਆ ਅਗਰ ਗੱਲ ਕਰੀਏ ਇੰਡੀਅਨ ਨੇਵੀ ਦੇ ਵਿੱਚ ਸਰਵ ਕੀਤਾ ਹੈ, ਕੰਮ ਕੀਤਾ ਹੈ। ਵਿਰਾਟ ਇੱਕ 에ਅਰਕ੍ਰਾਫਟ ਕੈਰੀਅਰ ਹੈ। ਇਸ ਨੂੰ 30 ਸਾਲ ਜਦੋਂ ਪੂਰੇ ਹੋਏ ਸੀ ਇਸ ਨੂੰ ਡੀਕਮਿਸ਼ਨ ਕੀਤਾ ਗਿਆ ਸੀ। 2017 ਦੇ ਵਿੱਚ ਇਸ ਨੂੰ ਡੀਕਮਿਸ਼ਨ ਕੀਤਾ ਗਿਆ ਸੀ। ਇਹ ਦੁਬਾਰਾ ਨਿਊਜ਼ ਦੇ ਵਿੱਚ ਹੈ। ਕਿਉਂ ਨਿਊਜ਼ ਦੇ ਵਿੱਚ ਹੈ? ਕਿ ਅਨਾਊਂਸ ਕੀਤਾ ਗਿਆ ਸੀ ਕਿ ਸ਼ਾਇਦ ਇਸ ਦੇ ਵਿੱਚ ਕੋਈ ਮਿਊਜ਼ੀਅਮ ਵਗੈਰਾ ਬਣਾਇਆ ਜਾਏਗਾ, ਪਰ ਉਹ ਗੱਲ ਪੂਰੀ ਨਹੀਂ ਹੋਈ। ਤਾਂ ਹੁਣ ਫਾਈਨਲੀ ਇਸ ਨੂੰ ਡਿਸਮੈਂਟਲ ਕੀਤਾ ਜਾਏਗਾ, ਇਸ ਨੂੰ ਤੋੜਿਆ ਜਾਏਗਾ। ਇਸ ਲਈ ਇਹ ਨਿਊਜ਼ ਦੇ ਵਿੱਚ ਹੈ। ਇਹ ਆਪਣੀ ਲਾਸਟ ਜਰਨੀ ਕਰ ਰਿਹਾ ਹੈ ਮੁੰਬਈ ਦੇ ਨੇਵਲ ਡੌਕਯਾਰਡ ਤੋਂ ਅਲਾਂਗ ਜਾ ਰਿਹਾ ਗੁਜਰਾਤ ਦੇ ਵਿੱਚ। ਗੁਜਰਾਤ ਦੇ ਵਿੱਚ ਇਸ ਨੂੰ ਡਿਸਮੈਂਟਲ ਕੀਤਾ ਜਾਏਗਾ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇਹ ਡਿਸਮੈਂਟਲ ਕਿੱਥੇ ਕੀਤਾ ਜਾਏਗਾ? ਗੁਜਰਾਤ ਦੇ ਵਿੱਚ ਕੀਤਾ ਜਾਏਗਾ, ਗੁਜਰਾਤ ਦੇ ਅਲਾਂਗ ਦੇ ਵਿੱਚ। ਠੀਕ ਹੈ ਜੀ, ਵਿਰਾਟ। ਨੈਕਸਟ ਹੈ, ਅੱਛਾ ਡੀਕਮਿਸ਼ਨ ਕਦੋਂ ਕੀਤਾ ਗਿਆ ਸੀ? 2017 ਦੇ ਵਿੱਚ ਕੀਤਾ ਗਿਆ ਸੀ, ਇਹ ਯਾਦ ਰੱਖਣਾ ਹੈ। ਦਿੱਲੀ ਦੁਆਰਾ ਆਕਸੀਮਿਤਰਾ ਕੈਂਪੇਨ ਲਾਂਚ ਕੀਤਾ ਗਿਆ। ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੁਆਰਾ ਆਕਸੀਮਿਤਰਾ ਕੈਂਪੇਨ ਲਾਂਚ ਕੀਤਾ ਗਿਆ ਟੂ ਚੈੱਕ ਆਕਸੀਜਨ ਲੈਵਲ ਆਫ ਪੀਪਲ। ਲੋਕਾਂ ਦੇ ਆਕਸੀਜਨ ਲੈਵਲ ਨੂੰ ਚੈੱਕ ਕਰਨ ਦੇ ਲਈ ਆਕਸੀਮਿਤਰਾ ਕੈਂਪੇਨ ਦਿੱਲੀ ਦੁਆਰਾ ਲਾਂਚ ਕੀਤਾ ਗਿਆ। ਸਿਵਲ ਐਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ, ਇੰਡੀਆ ਦੇ ਸਿਵਲ ਐਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਇਹਨਾਂ ਨੇ ਇੰਡੀਆ ਦਾ ਫਸਟ ਜਨਰਲ ਐਵੀਏਸ਼ਨ ਟਰਮੀਨਲ, ਪ੍ਰਾਈਵੇਟ ਜੈਟਸ ਦੇ ਲਈ ਪਹਿਲਾ ਜਨਰਲ ਐਵੀਏਸ਼ਨ ਟਰਮੀਨਲ ਇਨੋਗਰੇਟ ਕੀਤਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਿਊ ਦਿੱਲੀ ਦੇ ਵਿੱਚ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਿਊ ਦਿੱਲੀ ਦੇ ਵਿੱਚ। ਲੁਧਿਆਣਾ ਪੰਜਾਬ ਇੰਪੋਰਟੈਂਟ ਨਿਊਜ਼ ਦੇ ਵਿੱਚ ਰਿਹਾ। ਕਿਸ ਦੇ ਲਈ? ਇੱਕ ਸਪੈਸ਼ਲ ਬਲੱਡ ਬੈਂਕ ਬਣਾਇਆ ਗਿਆ ਡੌਗਸ ਦੇ ਲਈ, ਕੁੱਤਿਆਂ ਦੇ ਲਈ ਬਲੱਡ ਬੈਂਕ। ਇੱਕ ਬਲੱਡ ਬੈਂਕ, ਸਪੈਸ਼ਲ ਬਲੱਡ ਬੈਂਕ ਅਗਰ ਗੱਲ ਕਰੀਏ, ਇੰਪੋਰਟੈਂਟ ਕਿਉਂ ਹੈ? ਇੰਪੋਰਟੈਂਟ ਇਸ ਲਈ ਕਿਉਂਕਿ ਨਾਰਥ ਇੰਡੀਆ ਦਾ ਪਹਿਲਾ ਹੈ, ਫਰਸਟ ਬਲੱਡ ਬੈਂਕ ਆਫ ਨਾਰਥ ਇੰਡੀਆ। ਕੁੱਤਿਆਂ ਦੇ ਲਈ ਫਰਸਟ ਬਲੱਡ ਬੈਂਕ ਹੈ ਨਾਰਥ ਇੰਡੀਆ ਦਾ, ਇਸ ਕਰਕੇ ਇੰਪੋਰਟੈਂਟ ਹੈ। ਕਿੱਥੇ ਬਣਾਇਆ ਗਿਆ? ਗੁਰੂ ਅੰਗਦ ਦੇਵ ਵੈਟੀਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ। Next है, which of the following has organized a training program for आंगनवाड़ी workers to achieve national nutrition goals? National nutrition goals बेसिकली न्यूट्रीशन ਦੇ ਲਈ ਅਗਰ ਕਹਿ ਸਕਦੇ ਹਾਂ ਕਿ ਸਤੰਬਰ ਮੰਥ ਨੂੰ ਪੋਸ਼ਣ ਮਾਹ ਦੇ ਰੂਪ ਦੇ ਵਿੱਚ ਓਬਜ਼ਰਵ ਕੀਤਾ ਜਾ ਰਿਹਾ। ਇਸੀ ਦੇ ਇੱਕ ਪਾਰਟ ਦੇ ਵਜੋਂ ਆਂਗਨਵਾੜੀ ਵਰਕਰਸ ਦੇ ਲਈ ਨੈਸ਼ਨਲ ਨਿਊਟ੍ਰੀਸ਼ਨ ਗੋਲਸ ਨੂੰ ਅਚੀਵ ਕਰਨ ਦੇ ਲਈ ਇੱਕ ਟ੍ਰੇਨਿੰਗ ਪ੍ਰੋਵਾਈਡ ਕੀਤੀ ਗਈ ਤਾਂ ਕਿ ਉਹ ਅੱਗੇ ਲੋਕਾਂ ਨੂੰ ਅਵੇਅਰ ਕਰਨ। ਤਾਂ ਆਂਗਨਵਾੜੀ ਵਰਕਰਸ ਨੂੰ ਇਹ ਟ੍ਰੇਨਿੰਗ ਕਿਹਨਾਂ ਦੁਆਰਾ ਕਹਿ ਸਕਦੇ ਹਾਂ ਔਰਗੇਨਾਈਜ਼ ਕੀਤੀ ਗਈ ਸੀ? ਤਾਂ ਥਰਡ ਆਪਸ਼ਨ ICAR, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ ਦੁਆਰਾ। ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ 1929 ਦੇ ਵਿੱਚ ਬਣਾਇਆ ਗਿਆ ਸੀ, ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਔਰ ਇੱਥੇ ਇਸ ਨੂੰ ਔਰਗੇਨਾਈਜ਼ ਕੀਤਾ ਗਿਆ। ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਨਬਾਰਡ ਦੀ, ਨਬਾਰਡ ਰੀਸੈਂਟਲੀ ਆਪਾਂ ਡਿਸਕਸ ਕੀਤਾ ਸੀ, ਇਹਨਾਂ ਦੁਆਰਾ ਵੀ ਇੱਕ ਸਕੀਮ ਸ਼ੁਰੂ ਕੀਤੀ ਜਾਏਗੀ 2 ਅਕਤੂਬਰ ਨੂੰ ਵੂਮੈਨਸ ਦੇ ਲਈ ਹੀ। ਇਹ ਆਂਗਨਵਾੜੀ ਵਰਕਰਸ ਦੇ ਲਈ ਹੈ, ਇਹ ਵੂਮੈਨਸ ਦੇ ਲਈ ਸਕੀਮ ਸ਼ੁਰੂ ਕੀਤੀ ਜਾਏਗੀ ਨਬਾਰਡ ਦੁਆਰਾ। ਕਿੱਥੇ? ਤਮਿਲਨਾਡੂ ਦੇ ਵਿੱਚ। ਤਮਿਲਨਾਡੂ ਦੇ ਵਿਰੁਧਨਗਰ ਦੇ ਵਿੱਚ ਇਸ ਸਕੀਮ ਨੂੰ ਅਨਾਊਂਸ ਕੀਤਾ ਗਿਆ ਸੀ, ਇਹ ਯਾਦ ਰੱਖਣਾ ਹੈ। ਨੈਕਸਟ ਹੈ, which country has issued world first sovereign bond linked to SDG sustainable development goals ਦੇ ਲਈ sovereign bond, ਵਰਲਡ ਦਾ ਪਹਿਲਾ sovereign bond ਕਿਹੜੀ ਕੰਟਰੀ ਨੇ ਇਸ਼ੂ ਕੀਤਾ ਹੈ? ਸੈਟ ਬਾय ਯੂਨਾਈਟਿਡ ਨੇਸ਼ਨਸ ਰੇਜ਼ਿੰਗ 750 ਮਿਲੀਅਨ ਯੂਰੋਜ਼, ਜੋ ਕਿ 750 ਮਿਲੀਅਨ ਯੂਰੋਜ਼ ਨੂੰ ਰੇਜ਼ ਕਰੇਗਾ। ਬੌਂਡ ਬਣਾਇਆ ਗਿਆ। ਬੌਂਡ ਕਿਹੜੀ ਕੰਟਰੀ ਨੇ ਇਸ਼ੂ ਕੀਤਾ? ਮੈਕਸੀਕੋ ਨੇ। ਕਿਹੜੀ ਕੰਟਰੀ ਦੁਆਰਾ ਇਸ਼ੂ ਕੀਤਾ ਗਿਆ? 5th ਆਪਸ਼ਨ ਮੈਕਸੀਕੋ। कैपिटल और करंसी डिस्कस कर लेने। मैक्सीको कैपिटल मैक्सीको सिटी है, करंसी पीसो चलती है। ग्रीस कैपिटल एथेंस, करंसी यूरो चलती है। जर्मनी कैपिटल बर्लिन, करंसी यूरो चलती है। फ्रांस कैपिटल पेरिस, करंसी यूरो चलती है। और ऑस्ट्रिया कैपिटल वियना, करंसी यूरो चलती है।
इस तो इलावा अगर ग्रीस की गल करिए तो पहली ओलंपिक्स हैल्ड की गई सी। फर्स्ट ओलंपिक्स ग्रीक्स के एथनस दे विच ऑर्गेनाइज की गई सी ते 2024 की ओलंपिक्स है जिहड़ी फ्रांस दे विच हैल्ड की जाएगी। 2024 समर ओलंपिक्स फ्रांस दे विच हैल्ड कीतियां जाणगीਆਂ। नेक्स्ट है विच स्टेट हैज़ अनाउंसड सब्सिडी स्कीम फॉर ई स्कूटर्स और रिक्शा। बेसिकली 2 व्हीलर और 3 व्हीलर के लिए सबसिडी स्कीम शुरू की गई और भी ई स्कूटर ई व्हीकल के लिए, क्यों ताकि ई व्हीकल्स को प्रमोट किया जा सके, पोल्यूशन को कंट्रोल किया जा सके। किहड़ी स्टेट द्वारा इसनूं शुरू किया गया? गुजरात द्वारा। फर्स्ट ऑप्शन गुजरात द्वारा इस स्कीम को शुरू किया गया। बाकी स्टेट्स की गल करिए, कुछ न्यूज़ ने वो डिस्कस करांगे। गुजरात द्वारा ही एमाजोन इंडिया द्वारा सैकेंड ऑल वूमेन डिलीवरी स्टेशन बनाया गया कादी गुजरात दे विच। गुजरात के कादी नूं सैकेंड ऑल वूमेन डिलीवरी स्टेशन बनाया गया। बेसिकली वूमेन नूं की कह सकते जॉब्स वगैरह प्रोवाइड करवाने के लिए ऑल वूमेन डिलीवरी स्टेशन कादी गुजरात दूसरा बनाया गया एमाजोन का। अगर पहले की गल करिए, पहला 2016 के बनाया गया सी चेन्नई तमिलनाडु के। राजस्थान द्वारा 5 बाइक एंबूलेंस फ्लैगड ऑफ की गई ने। बाइक एंबूलेंस जिस तरीके एंबूलेंस होंगी है उस तरीके बाइक के उत्ते, मोटर बाइक के उत्ते, मोटरसाइकिल के उत्ते एंबूलेंस शुरू की गई ने जयपुर, जोधपुर और अजमेर के, ताकि जोड़े परसन लैस क्रिटिकल ने उन्होंने ईजिली हॉस्पिटल्स वगैरह में पहुँचाया जा सके और ट्रैफिक तो भी बचा जा सके। केड़ी गवर्नमेंट द्वारा? राजस्थान द्वारा। अच्छा, क्वेश्चन का आंसर देना है कि केड़ी स्टेट ने एयर एंबूलेंस शुरू की सी, हवा दे विच एंबूलेंस शुरू की सी? मध्य प्रदेश चीफ मिनिस्टर शिवराज सिंह चौहान द्वारा अन्न उत्सव इनोग्रेट किया गया। अन्नपूर्णा योजना है जी मध्य प्रदेश की है, इस दे अंडर अन्न उत्सव लॉन्च किया गया है। की किया जाएगा कि जी फैमिलीज़ ने जिन्होंने लवे राशन कार्ड नहीं है उन्होंने भी फूड प्रोवाइड किया जाएगा इस उत्सव के अंडर, बहुत ही घट रेटां दे उत्ते। नेक्स्ट है विच ऑफ द फॉलोइंग स्टेट हैज़ इंट्रोड्यूस्ड कोविड सस्पैक्ट वार्ड्स इन हॉस्पिटल्स दे विच कोविड सस्पैक्ट वार्ड्स केड़ी स्टेट द्वारा इंट्रोड्यूस किए गए हैं? बेसिकली इन्हों इंट्रोड्यूस किया गया तमिलनाडु द्वारा। केड़ी स्टेट द्वारा? तमिलनाडु द्वारा इसनूं शुरू किया गया है। ये क्यों किया गया है? ताकि जेड़े पेशेंट्स ने कोविड-19 सस्पैक्टेड ने उन्होंने इस वार्ड्स दे विच रखा जाएगा। ठीक है जी, हर एक हॉस्पिटल दे विच इन्हों बनाया जाएगा तमिलनाडु के। E.K. पलानास्वामी इत्थे दे चीफ मिनिस्टर ने। अब जी एक्सट्रा न्यूज़ होंदियां सी, फॉर एग्जाम्पल बाकी स्टेट्स से रिलेटेड कुछ ना कुछ आप डिस्कस करा करते, वो आप अज नहीं डिस्कस कर रहे हैं। एक्चुअली थोड़ी तबीयत ठीक नहीं है, इस करके कल तो आप अपनी फुली नॉर्मल क्लास लेके चलांगे। थैंक यू फॉर वॉचिंग द सेशन। गुड बाय।